ਸਤਿ ਸ਼੍ਰੀ ਅਕਾਲ ਜੀ। ਘਰ ਦਾ ਵਿਹੜਾ ਸੁੰਨਾ ਪਿਆ ਸੀ। ਇੱਕ ਪੁਰਾਣੀ ਜਿਹੀ ਕੁਰਸੀ ਉੱਤੇ ਬੈਠੇ ਬੁੱਢੇ ਬਾਪ ਦਾ ਚਿਹਰਾ ਡੂੰਘੀਆਂ ਤਿਉੜੀਆਂ ਨਾਲ ਭਰਿਆ ਹੋਇਆ ਸੀ। ਉਸ ਦੀਆਂ ਅੱਖਾਂ ਵਿੱਚ ਬੀਤੇ ਸਮੇਂ ਦੀਆਂ ਧੁੰਦਲੀਆਂ ਯਾਦਾਂ ਪੈ ਰਹੀਆਂ ਸਨ। ਉਸ ਦਾ ਨਾਮ ਚਰਨ ਸਿੰਘ ਗਰੇਵਾਲ ਸੀ। ਕਦੇ ਉਹ ਸਮਾਂ ਵੀ ਸੀ ਜਦੋਂ ਇਸ ਨਾਮ ਨੂੰ ਉਸ ਦੇ ਪਿੰਡ ਵਿੱਚ ਇੱਜ਼ਤ ਨਾਲ ਲਿਆ ਜਾਂਦਾ ਸੀ, ਪਰ ਅੱਜ ਉਹੀ ਚਰਨ ਸਿੰਘ ਗਰੇਵਾਲ ਜਿਸ ਨੇ ਆਪਣੇ ਪੁੱਤਾਂ ਦੇ ਚੰਗੇ ਪਾਲਣ ਪੋਸ਼ਣ ਵਿੱਚ ਕੋਈ ਘਾਟ ਨਹੀਂ ਛੱਡੀ ਸੀ, ਉਹ ਆਪਣੇ ਪੁੱਤ ਦੇ ਘਰ ਦੇ ਇੱਕ ਕੋਨੇ ਵਿੱਚ ਖੁਦ ਨੂੰ ਪਰਾਇਆ ਜਿਹਾ ਮਹਿਸੂਸ ਕਰਦਾ ਸੀ। ਚਰਨ ਸਿੰਘ ਦਾ ਬੇਟਾ ਰੋਸ਼ਨ ਇੱਕ ਸਧਾਰਨ ਨੌਕਰੀ ਕਰਦਾ ਸੀ ਅਤੇ ਉਸ ਦੀ ਪਤਨੀ ਕੋਮਲ ਜਾਨੀ ਕਿ ਚਰਨ ਸਿੰਘ ਦੀ ਨੂੰਹ ਘਰ ਦੀ ਦੇਖਭਾਲ ਕਰਦੀ ਸੀ, ਪਰ ਇਹ ਦੇਖਭਾਲ ਕੇਵਲ ਆਪਣੇ ਪਰਿਵਾਰ ਅਤੇ ਆਪਣੀਆਂ ਜ਼ਰੂਰਤਾਂ ਤੱਕ ਹੀ ਸੀਮਤ ਸੀ। ਬੁੱਢੇ ਪਿਤਾ ਲਈ ਇਸ ਘਰ ਵਿੱਚ ਕੋਈ ਖਾਸ ਜਗ੍ਹਾ ਨਹੀਂ ਸੀ। ਰੋਸ਼ਨ ਆਪਣੇ ਕੰਮਾਂ ਵਿੱਚ ਇੰਨਾ ਜ਼ਿਆਦਾ ਵਿਅਸਤ ਸੀ ਕਿ ਉਹ ਆਪਣੇ ਪਿਤਾ ਨਾਲ ਜ਼ਿਆਦਾ ਗੱਲ ਨਹੀਂ ਕਰ ਪਾਉਂਦਾ ਸੀ ਅਤੇ ਕੋਮਲ ਚਰਨ ਸਿੰਘ ਦੀ ਹਰ ਛੋਟੀ ਵੱਡੀ ਗੱਲ ਤੋਂ ਖਿਝਦੀ ਰਹਿੰਦੀ। ਹਰ ਸਵੇਰ ਹੁੰਦਿਆਂ ਚਰਨ ਸਿੰਘ ਆਪਣੇ ਕਮਰੇ ਵਿੱਚੋਂ ਹੌਲੀ ਹੌਲੀ ਬਾਹਰ ਆਉਂਦਾ। ਇੱਥੇ ਇੱਕ ਕੋਨੇ ਵਿੱਚ ਉਸ ਦੀ ਪੁਰਾਣੀ ਜਿਹੀ ਮੰਜੀ ਡਾਈ ਹੋਈ ਸੀ। ਉਸ ਦੇ ਸਰੀਰ ਵਿੱਚ ਹੁਣ ਇੰਨੀ ਤਾਕਤ ਨਹੀਂ ਬਚੀ ਸੀ ਕਿ ਉਹ ਤੇਜ਼ ਤੁਰ ਸਕੇ, ਪਰ ਫਿਰ ਵੀ ਉਹ ਆਪਣੇ ਆਪ ਨੂੰ ਸੰਭਾਲਦਾ ਹੋਇਆ ਵਿਹੜੇ ਵਿੱਚ ਆ ਕੇ ਬੈਠ ਜਾਂਦਾ ਸੀ। ਵਿਹੜੇ ਦੇ ਵਿੱਚ ਬੈਠਿਆਂ ਉਸ ਨੂੰ ਆਪਣੇ ਬੀਤੇ ਦਿਨ ਯਾਦ ਆਉਣ ਲੱਗਦੇ, ਜਦੋਂ ਉਹ ਇੱਕ ਸਮੇਂ ਪਿੰਡ ਦਾ ਮੋਹਤਬਰ ਵਿਅਕਤੀ ਹੁੰਦਾ ਸੀ, ਪਰ ਹੁਣ ਉਹ ਸਮਾਂ ਬਦਲ ਚੁੱਕਿਆ ਸੀ। ਹੁਣ ਸਿਰਫ ਉਸ ਨੂੰ ਇੱਕ ਬੋਝ ਸਮਝਿਆ ਜਾਂਦਾ ਸੀ। ਦੀਵਾਲੀ ਦਾ ਸਮਾਂ ਨੇੜੇ ਆ ਰਿਹਾ ਸੀ। ਘਰ ਦੇ ਚਾਰੇ ਪਾਸੇ ਸਫਾਈ ਦਾ ਮਾਹੌਲ ਸੀ, ਪਰ ਚਰਨ ਸਿੰਘ ਦਾ ਮਨ ਇਸ ਖੁਸ਼ੀ ਨਾਲੋਂ ਵਾਂਝਾ ਸੀ। ਕੋਮਲ ਨੇ ਪੂਰੇ ਘਰ ਦੀ ਸਫਾਈ ਦੀ ਜ਼ਿੰਮੇਵਾਰੀ ਲਈ ਸੀ, ਪਰ ਉਸ ਨੂੰ ਕਿਸੇ ਵੀ ਕੰਮ ਵਿੱਚ ਚਰਨ ਸਿੰਘ ਦੀ ਦਖਲਅੰਦਾਜ਼ੀ ਪਸੰਦ ਨਹੀਂ ਸੀ। ਇੱਕ ਦਿਨ ਸਫਾਈ ਕਰਦਿਆਂ ਕੋਮਲ ਦਾ ਵਰਤਾਅ ਚਰਨ ਸਿੰਘ ਦੀ ਤਰਫ ਕੁਝ ਜ਼ਿਆਦਾ ਹੀ ਸਖਤ ਹੋ ਗਿਆ। ਉਸਨੇ ਗੁੱਸੇ ਵਿੱਚ ਕਿਹਾ, ਪਾਪਾ ਜੀ ਤੁਸੀਂ ਇੱਕ ਪਾਸੇ ਹੀ ਰਹੋ, ਇੱਧਰ ਉੱਧਰ ਚਾਰੇ ਪਾਸੇ ਘੁੰਮੋਗੇ ਤਾਂ ਸਾਰਾ ਘਰ ਗੰਦਾ ਹੋ ਜਾਵੇਗਾ। ਚਰਨ ਸਿੰਘ ਨੇ ਚੁੱਪਚਾਪ ਸਿਰ ਝੁਕਾਇਆ ਅਤੇ ਫਿਰ ਤੋਂ ਆਪਣੀ ਉਸੇ ਕੋਨੇ ਵਿੱਚ ਡਾਈ ਹੋਈ ਮੰਜੀ ਤੇ ਜਾ ਕੇ ਬੈਠ ਗਏ। ਉਹ ਸਮਝਦੇ ਸਨ ਕਿ ਹੁਣ ਇਸ ਘਰ ਵਿੱਚ ਉਸ ਦੀ ਕੋਈ ਅਹਿਮੀਅਤ ਨਹੀਂ ਰਹੀ ਹੈ। ਰੋਸ਼ਨ ਘਰ ਆਉਂਦਾ ਸੀ, ਪਰ ਉਸ ਕੋਲ ਇੰਨਾ ਸਮਾਂ ਨਹੀਂ ਹੁੰਦਾ ਸੀ ਕਿ ਉਹ ਆਪਣੇ ਪਿਤਾ ਦੀਆਂ ਪਰੇਸ਼ਾਨੀਆਂ ਨੂੰ ਸਮਝ ਸਕੇ। ਉਹ ਆਪਣੇ ਕੰਮ ਅਤੇ ਪਤਨੀ ਵਿੱਚ ਇੰਨਾ ਉਲਝਿਆ ਹੋਇਆ ਸੀ ਕਿ ਉਸ ਨੂੰ ਆਪਣੇ ਪਿਤਾ ਦੀ ਕੋਈ ਪਰਵਾਹ ਨਹੀਂ ਸੀ। ਚਰਨ ਸਿੰਘ ਨੇ ਕਈ ਵਾਰ ਸੋਚਿਆ ਕਿ ਮੈਂ ਆਪਣੇ ਬੇਟੇ ਰੋਸ਼ਨ ਨਾਲ ਗੱਲ ਕਰਾਂ, ਪਰ ਉਹ ਜਾਣਦੇ ਸਨ ਕਿ ਇਸ ਨਾਲ ਕੁਝ ਹਾਸਲ ਨਹੀਂ ਹੋਵੇਗਾ। ਦੀਵਾਲੀ ਤੋਂ ਕੁਝ ਦਿਨ ਪਹਿਲਾਂ ਕੋਮਲ ਨੇ ਰੋਸ਼ਨ ਨੂੰ ਕਿਹਾ, ਸੁਣੋ ਜੀ, ਇਸ ਵਾਰ ਦੀਵਾਲੀ ਤੇ ਮੈਂ ਨਵੇਂ ਕੱਪੜੇ ਲੈਣੇ ਆ। ਮੈਂ ਤਾਂ ਇੱਕ ਸੋਨੇ ਦੀ ਅੰਗੂਠੀ ਵੀ ਚਾਹੁੰਦੀ ਹਾਂ। ਤਿਉਹਾਰ ਦਾ ਅਸਲੀ ਮਜ਼ਾ ਤਾਂ ਉਦੋਂ ਆਉਂਦਾ ਹੈ ਜਦੋਂ ਕੁਝ ਨਵਾਂ ਹੋਵੇਗਾ। ਰੋਸ਼ਨ ਨੇ ਵੀ ਆਪਣੀ ਪਤਨੀ ਦੀ ਗੱਲ ਮੰਨ ਲਈ ਅਤੇ ਆਪਣੀ ਪਤਨੀ ਲਈ ਨਵੇਂ ਕੱਪੜੇ ਅਤੇ ਸੋਨੇ ਦੀ ਅੰਗੂਠੀ ਖਰੀਦਣ ਦਾ ਵਿਚਾਰ ਬਣਾਇਆ। ਚਰਨ ਸਿੰਘ ਜੀ ਨੇ ਇਹ ਗੱਲਬਾਤ ਸੁਣੀ ਤਾਂ ਉਸਨੇ ਵੀ ਸੋਚਿਆ ਕਿ ਇਸ ਵਾਰ ਮੈਂ ਵੀ ਨਵੀਆਂ ਚੱਪਲਾਂ ਦਾ ਜੋੜਾ ਲੈ ਲਵਾਂਗਾ, ਕਿਉਂਕਿ ਪੁਰਾਣੀਆਂ ਚੱਪਲਾਂ ਟੁੱਟ ਚੁੱਕੀਆਂ ਸਨ ਅਤੇ ਉਹਨਾਂ ਨਾਲ ਤੁਰਨਾ ਵੀ ਬੜਾ ਮੁਸ਼ਕਲ ਸੀ। ਕੁਝ ਦੇਰ ਬਾਅਦ ਚਰਨ ਸਿੰਘ ਨੇ ਥੋੜ੍ਹੀ ਹਿੰਮਤ ਕੀਤੀ ਅਤੇ ਹੌਲੀ ਜਿਹੀ ਆਵਾਜ਼ ਵਿੱਚ ਆਪਣੀ ਨੂੰਹ ਕੋਮਲ ਨੂੰ ਕਿਹਾ, ਬਹੂ ਜੇਕਰ ਹੋ ਸਕੇ ਤਾਂ ਮੇਰੇ ਲਈ ਵੀ ਇੱਕ ਜੋੜਾ ਚੱਪਲਾਂ ਦਾ ਲੈ ਆਉਣਾ। ਇਹ ਸੁਣਦੇ ਹੀ ਕੋਮਲ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਅਤੇ ਉਸਨੇ ਗੁੱਸੇ ਵਿੱਚ ਕਿਹਾ, ਸਾਡੇ ਕੋਲ ਫਾਲਤੂ ਪੈਸੇ ਨਹੀਂ ਹਨ ਜੋ ਤੇਰੀ ਹਰ ਛੋਟੀ ਵੱਡੀ ਜ਼ਰੂਰਤ ਪੂਰੀ ਕਰੀਏ। ਪਹਿਲਾਂ ਅਸੀਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਹਨ। ਚਰਨ ਸਿੰਘ ਨੇ ਆਪਣੀ ਨੂੰਹ ਦੇ ਸਖਤ ਸ਼ਬਦਾਂ ਨੂੰ ਸੁਣਿਆ ਅਤੇ ਆਪਣੇ ਕਮਰੇ ਵਿੱਚ ਵਾਪਸ ਆ ਗਿਆ। ਉਸਨੇ ਆਪਣੀਆਂ ਖੁਸ਼ੀਆਂ ਦਾ ਗਲਾ ਘੁੱਟਦੇ ਹੋਏ ਮਨ ਵਿੱਚ ਸੋਚਿਆ ਕਿ ਹੁਣ ਉਸ ਤੋਂ ਕੁਝ ਵੀ ਮੰਗਣਾ ਬੇਕਾਰ ਹੈ। ਚਰਨ ਸਿੰਘ ਜੀ ਬੈਠੇ ਬੈਠੇ ਸੋਚਣ ਲੱਗੇ ਕਿ ਉਹ ਵੀ ਇੱਕ ਸਮਾਂ ਸੀ ਕਿ ਜਦੋਂ ਉਸ ਦੇ ਲਈ ਸਾਰੀ ਦੁਨੀਆ ਉਸਦੇ ਬੱਚੇ ਹੀ ਸਨ ਅਤੇ ਹੁਣ ਉਹੀ ਬੱਚੇ ਉਹਨਾਂ ਲਈ ਸਮਾਂ ਕੱਢਣਾ ਤਾਂ ਦੂਰ, ਉਸ ਦੀਆਂ ਛੋਟੀਆਂ ਛੋਟੀਆਂ ਖਵਾਇਸ਼ਾਂ ਦੀ ਵੀ ਪਰਵਾਹ ਨਹੀਂ ਕਰਦੇ। ਕੋਮਲ ਦਾ ਸੁਭਾਅ ਇੰਨਾ ਜ਼ਿਆਦਾ ਸਖਤ ਸੀ ਕਿ ਉਸਨੇ ਕਦੇ ਵੀ ਚਰਨ ਸਿੰਘ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਉਸਦੇ ਲਈ ਚਰਨ ਸਿੰਘ ਸਿਰਫ ਇੱਕ ਜ਼ਿੰਮੇਵਾਰੀ ਸੀ, ਇੱਕ ਅਜਿਹਾ ਫਰਜ਼ ਜਿਸ ਨੂੰ ਉਹ ਨਿਭਾਉਣ ਲਈ ਮਜਬੂਰ ਸੀ। ਉਸ ਨੂੰ ਚਰਨ ਸਿੰਘ ਦੇ ਦੁੱਖ ਦਰਦ ਦੀ ਕੋਈ ਪਰਵਾਹ ਨਹੀਂ ਸੀ। ਉਹ ਚਾਹੁੰਦੀ ਸੀ ਕਿ ਸਾਰਾ ਧਿਆਨ ਬਸ ਮੇਰੇ ਤੇ ਹੀ ਰਹੇ।
ਅਤੇ ਚਰਨ ਸਿੰਘ ਉਸੇ ਤਰ੍ਹਾਂ ਇੱਕ ਕੋਨੇ ਤੇ ਹੀ ਬੈਠੇ ਰਹਿਣ। ਰੋਸ਼ਨ ਵੀ ਕੋਮਲ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਚੁੱਕਿਆ ਸੀ। ਜਦੋਂ ਵੀ ਚਰਨ ਸਿੰਘ ਜੀ ਉਸ ਨੂੰ ਕੁਝ ਕਹਿਣਾ ਚਾਹੁੰਦੇ ਤਾਂ ਰੋਸ਼ਨ ਉਸ ਨੂੰ ਇਹ ਕਹਿ ਕੇ ਟਾਲ ਦਿੰਦਾ ਕਿ ਪਾਪਾ ਜੀ, ਤੁਹਾਡੀ ਉਮਰ ਹੁਣ ਬੈਠ ਕੇ ਆਰਾਮ ਕਰਨ ਦੀ ਹੈ, ਤੁਸੀਂ ਕਿਉਂ ਇੰਨਾ ਸੋਚਦੇ ਹੋ। ਦੀਵਾਲੀ ਦੀ ਰਾਤ ਸੀ ਅਤੇ ਚਾਰੇ ਪਾਸੇ ਖੁਸ਼ੀਆਂ ਦਾ ਮਾਹੌਲ ਸੀ। ਘਰ ਵਿੱਚ ਰੰਗ ਬਰੰਗੀਆਂ ਰੋਸ਼ਨੀਆਂ ਸਜੀਆਂ ਹੋਈਆਂ ਸਨ। ਚਾਰੇ ਪਾਸਿਓਂ ਪਟਾਕਿਆਂ ਦੀ ਆਵਾਜ਼ ਆ ਰਹੀ ਸੀ ਅਤੇ ਦੂਰ ਤੋਂ ਇੱਕ ਬੱਚੇ ਦੇ ਹੱਸਣ ਦੀਆਂ ਆਵਾਜ਼ਾਂ ਵੀ ਸੁਣਾਈ ਦੇ ਰਹੀਆਂ ਸਨ। ਪਰ ਇਸ ਚਹਿਲ ਪਹਿਲ ਦੇ ਵਿੱਚ ਚਰਨ ਸਿੰਘ ਦਾ ਮਨ ਉਦਾਸੀ ਵਿੱਚ ਡੁੱਬਿਆ ਹੋਇਆ ਸੀ। ਉਹ ਇੱਕ ਪੁਰਾਣੀ ਜਿਹੀ ਕੋਨੇ ਵਿੱਚ ਡਾਈ ਹੋਈ ਮੰਜੀ ਤੇ ਚੁੱਪਚਾਪ ਬੈਠੇ ਹੋਏ ਸਨ। ਉਸ ਦੇ ਚਿਹਰੇ ਦੇ ਉੱਪਰ ਨਾ ਉਤਸ਼ਾਹ ਸੀ ਅਤੇ ਨਾ ਹੀ ਕੋਈ ਖੁਸ਼ੀ। ਉਹਦੀ ਨਜ਼ਰ ਵਿਹੜੇ ਵਿੱਚ ਰੱਖੇ ਹੋਏ ਦੀਵਿਆਂ ਉੱਤੇ ਟਿਕੀ ਹੋਈ ਸੀ, ਪਰ ਉਹਦੇ ਅੰਦਰ ਹਨੇਰਾ ਸੀ। ਉਹ ਸੋਚਦੇ ਸਨ ਕਿ ਇਸ ਘਰ ਵਿੱਚ ਕਦੇ ਉਸ ਲਈ ਵੀ ਕੋਈ ਜਗ੍ਹਾ ਹੋਇਆ ਕਰਦੀ ਸੀ। ਇੱਕ ਸਮਾਂ ਸੀ ਜਦੋਂ ਉਹ ਆਪਣੇ ਬੱਚਿਆਂ ਲਈ ਨਵੇਂ ਕੱਪੜੇ, ਮਠਿਆਈਆਂ ਅਤੇ ਪਟਾਕੇ ਲਿਆਉਂਦੇ ਸਨ। ਪੂਰੇ ਘਰ ਨੂੰ ਸਜਾਉਂਦੇ ਸਨ। ਰਿਸ਼ਤੇਦਾਰਾਂ ਨੂੰ ਵੀ ਬੁਲਾਇਆ ਜਾਂਦਾ ਸੀ ਅਤੇ ਸਾਰੇ ਇਕੱਠੇ ਮਿਲ ਕੇ ਇਸ ਤਿਉਹਾਰ ਨੂੰ ਖੁਸ਼ੀ-ਖੁਸ਼ੀ ਮਨਾਉਂਦੇ ਸੀ। ਪਰ ਅੱਜ ਇਹ ਤਿਉਹਾਰ ਉਸ ਦੇ ਲਈ ਜਿਵੇਂ ਇੱਕ ਸੁੰਨੀ ਰਾਤ ਬਣ ਕੇ ਰਹਿ ਗਿਆ ਸੀ। ਉਸਨੇ ਦੇਖਿਆ ਕਿ ਉਸ ਦਾ ਪੁੱਤਰ ਰੋਸ਼ਨ ਤੇ ਉਸ ਦੀ ਨੂੰਹ ਕੋਮਲ ਤਿਆਰ ਹੋ ਕੇ ਘਰੋਂ ਬਾਹਰ ਜਾਣ ਦੀ ਤਿਆਰੀ ਵਿੱਚ ਸਨ। ਕੋਮਲ ਨੇ ਗੂੜ੍ਹੇ ਰੰਗ ਦਾ ਨਵਾਂ ਸੂਟ ਪਾਇਆ ਹੋਇਆ ਸੀ, ਕੰਨਾਂ ਵਿੱਚ ਝੁਮਕੇ ਅਤੇ ਗਲੇ ਵਿੱਚ ਨਵੀਂ ਲੌਕਟ ਵਾਲੀ ਚੇਨ ਪਾਈ ਹੋਈ ਸੀ। ਉਸਦੇ ਚਿਹਰੇ ਤੇ ਖੁਸ਼ੀ ਸੀ। ਉਹ ਘਰ ਦੀ ਰੌਣਕ ਦਾ ਹਿੱਸਾ ਬਣੀ ਹੋਈ ਸੀ। ਦੂਜੀ ਤਰਫ ਚਰਨ ਸਿੰਘ ਜੀ ਆਪਣੇ ਉਹੀ ਪੁਰਾਣੇ ਕੱਪੜੇ ਪਾ ਕੇ ਬੈਠੇ ਹੋਏ ਸੀ। ਉਹਨੇ ਮਨ ਹੀ ਮਨ ਸੋਚਿਆ, ਕਾਸ਼ ਮੇਰੇ ਕੋਲ ਵੀ ਇੱਕ ਨਵਾਂ ਜੋੜਾ ਨਵੀਆਂ ਚੱਪਲਾਂ ਦਾ ਹੁੰਦਾ। ਪਰ ਇਹ ਗੱਲ ਕਰਨ ਦੀ ਉਸ ਵਿੱਚ ਹੁਣ ਹਿੰਮਤ ਨਹੀਂ ਬਚੀ ਸੀ। ਰੋਸ਼ਨ ਨੇ ਜਦੋਂ ਤਿਆਰ ਹੋ ਕੇ ਆਪਣੇ ਪਿਤਾ ਦੇ ਵੱਲ ਵੇਖਿਆ ਤਾਂ ਇੱਕ ਪਲ ਦੇ ਲਈ ਉਸ ਦੀ ਨਜ਼ਰ ਆਪਣੇ ਪਿਤਾ ਦੇ ਉਦਾਸ ਚਿਹਰੇ ਤੇ ਰੁਕ ਗਈ। ਪਰ ਕੋਮਲ ਨੇ ਉਹਦੇ ਮੋਢਿਆਂ ਤੇ ਹੱਥ ਰੱਖਦਿਆਂ ਜਲਦੀ ਜਾਣ ਲਈ ਇਸ਼ਾਰਾ ਕੀਤਾ। ਉਹਨੇ ਕਿਹਾ, ਤੁਸੀਂ ਇੰਨਾ ਸਮਾਂ ਕਿਉਂ ਲਗਾ ਰਹੇ ਹੋ? ਜਲਦੀ ਚੱਲੋ, ਬਾਜ਼ਾਰ ਜਾਣਾ ਆ। ਚਰਨ ਸਿੰਘ ਨੇ ਆਪਣੀਆਂ ਨਜ਼ਰਾਂ ਝੁਕਾ ਲਈਆਂ, ਕਿਉਂਕਿ ਹੁਣ ਉਹਨੂੰ ਇਸ ਗੱਲ ਦਾ ਅਹਿਸਾਸ ਹੋ ਚੁੱਕਿਆ ਸੀ ਕਿ ਉਹਦੇ ਦਰਦ ਦੀ ਅਤੇ ਖੁਸ਼ੀਆਂ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ ਆ। ਉਹਦੇ ਹੰਝੂ ਅੰਦਰ ਹੀ ਅੰਦਰ ਡਿੱਗ ਰਹੇ ਸਨ। ਇੱਕ ਇਕੱਲੇਪਨ ਦਾ ਅਹਿਸਾਸ ਉਹਦੇ ਦਿਲ ਨੂੰ ਚੀਰਦਾ ਜਾ ਰਿਹਾ ਸੀ। ਘਰ ਵਿੱਚ ਰੋਸ਼ਨੀ ਤਾਂ ਸੀ, ਪਰ ਉਸ ਦੀ ਜ਼ਿੰਦਗੀ ਵਿੱਚ ਸਿਰਫ ਹਨੇਰਾ ਸੀ। ਉਹ ਆਪਣੇ ਆਪ ਨੂੰ ਬਹੁਤ ਇਕੱਲਾ ਮਹਿਸੂਸ ਕਰ ਰਹੇ ਸੀ, ਜਿਵੇਂ ਉਹਦੇ ਆਪਣੇ ਹੀ ਘਰ ਵਿੱਚ ਉਹਦੇ ਲਈ ਕੋਈ ਜਗ੍ਹਾ ਨਹੀਂ ਬਚੀ ਸੀ। ਉਹਦੇ ਚਿਹਰੇ ਤੇ ਖਾਮੋਸ਼ੀ ਸੀ, ਇੱਕ ਅਜਿਹੀ ਖਾਮੋਸ਼ੀ ਜੋ ਅਣਕਹੇ ਸ਼ਬਦਾਂ ਤੋਂ ਵੀ ਕਿਤੇ ਜ਼ਿਆਦਾ ਚੁੱਭ ਰਹੀ ਸੀ। ਰੋਸ਼ਨ ਅਤੇ ਕੋਮਲ ਨੇ ਘਰ ਦਾ ਦਰਵਾਜ਼ਾ ਬੰਦ ਕੀਤਾ ਤੇ ਬਾਹਰ ਚਲੇ ਗਏ। ਫਿਰ ਚਰਨ ਸਿੰਘ ਨੇ ਇੱਕ ਠੰਡਾ ਸਾਹ ਲਿਆ ਅਤੇ ਫਿਰ ਤੋਂ ਆਪਣੀਆਂ ਪੁਰਾਣੀਆਂ ਯਾਦਾਂ ਵਿੱਚ ਖੋ ਗਏ। ਉਹਦੇ ਮਨ ਵਿੱਚ ਬਸ ਇੱਕ ਸਵਾਲ ਸੀ, ਕੀ ਇਹ ਮੇਰੇ ਜੀਵਨ ਦੀ ਆਖਰੀ ਦੀਵਾਲੀ ਹੋਵੇਗੀ ਜਿੱਥੇ ਮੈਨੂੰ ਕਿਸੇ ਤੋਂ ਕੋਈ ਖੁਸ਼ੀ ਨਹੀਂ ਮਿਲੀ? ਚਰਨ ਸਿੰਘ ਜੀ ਪੂਰੀ ਰਾਤ ਆਪਣੀ ਪੁਰਾਣੀ ਜਿਹੀ ਮੰਜੀ ਤੇ ਬੈਠੇ ਸੋਚਦੇ ਰਹੇ। ਦੀਵਾਲੀ ਦਾ ਤਿਉਹਾਰ ਜੋ ਕਦੇ ਉਹਦੀ ਜ਼ਿੰਦਗੀ ਦਾ ਸਭ ਤੋਂ ਖਾਸ ਦਿਨ ਹੁੰਦਾ ਸੀ, ਹੁਣ ਇੱਕ ਦਰਦਨਾਕ ਅਹਿਸਾਸ ਬਣ ਗਿਆ ਸੀ। ਉਹਦੀਆਂ ਅੱਖਾਂ ਵਿੱਚ ਨਮੀ ਸੀ ਅਤੇ ਦਿਲ ਵਿੱਚ ਟੁੱਟੇ ਹੋਏ ਸੁਪਨਿਆਂ ਦਾ ਬੋਝ। ਉਹ ਸੋਚਦੇ ਰਹੇ ਕਿ ਇਹੀ ਉਹਦੀ ਜ਼ਿੰਦਗੀ ਦਾ ਅੰਤਿਮ ਪੜਾਅ ਹੋਵੇਗਾ। ਕਿ ਹੁਣ ਉਹਨੂੰ ਆਪਣੇ ਬੱਚਿਆਂ ਤੋਂ ਕਦੇ ਵੀ ਆਪਣਾਪਨ ਨਹੀਂ ਮਿਲੇਗਾ। ਸੁਬਹ ਦੀ ਹਲਕੀ ਜਿਹੀ ਰੌਸ਼ਨੀ ਕਮਰੇ ਵਿੱਚ ਫੈਲਣ ਲੱਗੀ, ਪਰ ਚਰਨ ਸਿੰਘ ਦੇ ਮਨ ਵਿੱਚ ਹਨੇਰਾ ਕਾਇਮ ਸੀ। ਉਹਨੇ ਕਦੇ ਵੀ ਆਪਣੇ ਬੱਚਿਆਂ ਨਾਲ ਅਜਿਹਾ ਵਿਹਾਰ ਨਹੀਂ ਕੀਤਾ ਸੀ ਜੋ ਹੁਣ ਉਹਨੂੰ ਸਹਿਣਾ ਪੈ ਰਿਹਾ ਸੀ। ਉਹ ਆਪਣੇ ਕਮਰੇ ਵਿੱਚ ਚੁੱਪਚਾਪ ਬੈਠੇ ਰਹੇ ਅਤੇ ਸਵੇਰ ਦੀ ਚਾਹ ਪੀਣ ਲਈ ਵੀ ਬਾਹਰ ਨਹੀਂ ਆਏ। ਮਨ ਵਿੱਚ ਬਸ ਇਹੀ ਗੱਲ ਘੁੰਮ ਰਹੀ ਸੀ ਕਿ ਜਦੋਂ ਉਹਦੇ ਪੁੱਤ ਅਤੇ ਨੂੰਹ ਦੀਵਾਲੀ ਦੇ ਦਿਨ ਉਹਨੂੰ ਇੰਨੀ ਛੋਟੀ ਜਿਹੀ ਚੀਜ਼ ਦੇਣ ਤੋਂ ਇਨਕਾਰ ਕਰ ਸਕਦੇ ਹਨ, ਉਹਦੀ ਅੱਗੇ ਦੀ ਜ਼ਿੰਦਗੀ ਕਿਹੋ ਜਿਹੀ ਹੋਵੇਗੀ।
ਕੁਝ ਸਮੇਂ ਬਾਅਦ ਉਹਦੀ ਨੂੰਹ ਕੋਮਲ ਕਮਰੇ ਵਿੱਚ ਆਈ ਅਤੇ ਜ਼ੋਰ ਦੀ ਦਰਵਾਜ਼ਾ ਖੜਕਾਉਂਦੇ ਹੋਏ ਬੋਲੀ, ਪਾਪਾ ਜੀ, ਇਸ ਤਰ੍ਹਾਂ ਕਦੋਂ ਤੱਕ ਮੂੰਹ ਲਟਕਾ ਕੇ ਬੈਠੇ ਰਹੋਗੇ? ਅਸੀਂ ਕੰਮ ਲਈ ਜਾਣਾ ਆ। ਜਲਦੀ ਬਾਹਰ ਆਓ ਅਤੇ ਆਪਣੇ ਕਮਰੇ ਦਾ ਸਮਾਨ ਖੁਦ ਹੀ ਸੰਭਾਲੋ। ਚਰਨ ਸਿੰਘ ਨੇ ਬਿਨਾਂ ਕੁਝ ਬੋਲੇ ਸਿਰ ਨੂੰ ਝੁਕਾਇਆ ਤੇ ਬਿਨਾਂ ਕੁਝ ਬੋਲੇ ਹੌਲੀ ਹੌਲੀ ਬਾਹਰ ਆ ਗਏ। ਚਰਨ ਸਿੰਘ ਨੇ ਖੁਦ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਉਹਨੇ ਸੋਚਿਆ ਕਿ ਸ਼ਾਇਦ ਕੋਮਲ ਦਾ ਮਨ ਅੱਜ ਤਿਉਹਾਰ ਦੇ ਕਾਰਨ ਥੋੜ੍ਹਾ ਬਦਲ ਜਾਵੇ ਤੇ ਉਹਦੇ ਦਿਲ ਵਿੱਚ ਆਪਣੇ ਲਈ ਥੋੜ੍ਹੀ ਜਗ੍ਹਾ ਬਣਾ ਲਵਾਂ। ਤਾਂ ਚਰਨ ਸਿੰਘ ਨੇ ਫਿਰ ਤੋਂ ਇੱਕ ਵਾਰ ਆਪਣੇ ਪੁੱਤ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਰੋਸ਼ਨ ਵੀ ਕਮਰੇ ਵਿੱਚ ਹੀ ਸੀ, ਪਰ ਹੁਣ ਉਸ ਕੋਲ ਆਪਣੇ ਪਿਤਾ ਨਾਲ ਗੱਲ ਕਰਨ ਦਾ ਸਮਾਂ ਨਹੀਂ ਸੀ। ਉਹਦੀਆਂ ਨਜ਼ਰਾਂ ਤਾਂ ਆਪਣੇ ਮੋਬਾਈਲ ਵਿੱਚ ਉਲਝੀਆਂ ਹੋਈਆਂ ਸੀ। ਕੋਮਲ ਨੇ ਆਪਣੇ ਘਰ ਵਾਲੇ ਵੱਲ ਤਿੱਖੀਆਂ ਨਜ਼ਰਾਂ ਨਾਲ ਦੇਖਿਆ ਤੇ ਕਿਹਾ, ਤੁਸੀਂ ਵੀ ਨਾ, ਜਦੋਂ ਪਾਪਾ ਜੀ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਤਾਂ ਫਿਰ ਕਿਉਂ ਵਾਰ-ਵਾਰ ਸਾਡੇ ਨਾਲ ਹਮਦਰਦੀ ਜਤਾਉਂਦੇ ਹਨ? ਚਰਨ ਸਿੰਘ ਨੇ ਇਸ ਤੇ ਵੀ ਕੁਝ ਨਾ ਕਿਹਾ ਤੇ ਉਹ ਚੁੱਪਚਾਪ ਆਪਣੇ ਕਮਰੇ ਵਿੱਚ ਚਲੇ ਗਏ। ਉਸ ਨੂੰ ਇੰਜ ਮਹਿਸੂਸ ਹੋ ਰਿਹਾ ਸੀ ਕਿ ਹੁਣ ਉਹਦਾ ਮੌਜੂਦ ਇਸ ਘਰ ਵਿੱਚ ਜਿਵੇਂ ਬਸ ਇੱਕ ਬੋਝ ਦੀ ਤਰ੍ਹਾਂ। ਸਿੰਘ ਨੂੰ ਕੋਮਲ ਦੀ ਆਵਾਜ਼ ਸੁਣਾਈ ਦਿੱਤੀ। ਉਹ ਰੋਸ਼ਨ ਨੂੰ ਕਹਿ ਰਹੀ ਸੀ, ਮੈਂ ਮਠਿਆਈ ਦੇ ਡੱਬੇ ਮੰਗਵਾ ਲਏ ਹਨ, ਚਲੋ ਆਪਾਂ ਮੇਰੀ ਭੈਣ ਦੇ ਘਰ ਚੱਲਦੇ ਹਾਂ। ਰੋਸ਼ਨ ਨੇ ਹਾਂ ਵਿੱਚ ਸਿਰ ਹਿਲਾਇਆ ਤੇ ਦੋਵੇਂ ਇਕੱਠੇ ਦਰਵਾਜ਼ੇ ਵੱਲ ਨੂੰ ਜਾਣ ਲੱਗੇ। ਜਦੋਂ ਹੁਣ ਚਰਨ ਸਿੰਘ ਨੇ ਆਪਣੀ ਨੂੰਹ ਦੇ ਹੱਥਾਂ ਵਿੱਚ ਮਠਿਆਈ ਦੇ ਵੱਡੇ ਵੱਡੇ ਡੱਬੇ ਵੇਖੇ ਤਾਂ ਉਹਦੇ ਮਨ ਵਿੱਚ ਥੋੜ੍ਹਾ ਜਿਹਾ ਲਾਲਚ ਆ ਗਿਆ। ਦੀਵਾਲੀ ਦੇ ਮੌਕੇ ਤੇ ਮਠਿਆਈਆਂ ਦਾ ਸਵਾਦ ਦੇਖਣ ਲਈ ਉਹਦਾ ਵੀ ਮਨ ਕਰ ਰਿਹਾ ਸੀ, ਪਰ ਉਹ ਜਾਣਦਾ ਸੀ ਕਿ ਇਸ ਘਰ ਵਿੱਚ ਉਹਦੇ ਲਈ ਕੋਈ ਵੀ ਮਠਿਆਈ ਨਹੀਂ ਬਚੂਗੀ। ਚਰਨ ਸਿੰਘ ਨੇ ਆਪਣੀ ਨੂੰਹ ਕੋਮਲ ਨੂੰ ਹੌਲੀ ਜਿਹੀ ਕਿਹਾ, ਬੇਟਾ, ਇੱਕ ਟੁਕੜਾ ਮਠਿਆਈ ਦਾ ਮੈਨੂੰ ਵੀ ਦੇ ਦੇਣਾ। ਤਿਉਹਾਰ ਤੇ ਮਠਿਆਈ ਖਾਣ ਦਾ ਬੜਾ ਮਨ ਕਰ ਰਿਹਾ ਆ। ਇਹ ਸੁਣਦੇ ਹੀ ਕੋਮਲ ਨੂੰ ਬਹੁਤ ਗੁੱਸਾ ਆਇਆ ਤਾਂ ਉਹਨੇ ਗੁੱਸੇ ਵਿੱਚ ਆ ਕੇ ਕਿਹਾ ਕਿ ਤੁਹਾਡੇ ਲਈ ਮਠਿਆਈਆਂ ਲਿਆਉਣ ਦਾ ਅਸੀਂ ਕੋਈ ਠੇਕਾ ਲੈ ਕੇ ਨਹੀਂ ਬੈਠੇ ਹਾਂ। ਸਾਡੇ ਕੋਲ ਤੁਹਾਡੇ ਤੇ ਕੋਈ ਫਾਲਤੂ ਪੈਸਾ ਨਹੀਂ ਆ। ਚਰਨ ਸਿੰਘ ਜੀ ਨੂੰ ਇਹ ਗੱਲ ਬਹੁਤ ਚੁਭੀ ਤੇ ਉਹ ਚੁੱਪਚਾਪ ਵਾਪਸ ਆਪਣੇ ਕਮਰੇ ਵਿੱਚ ਮੁੜਨ ਲੱਗੇ ਤਾਂ ਕੋਮਲ ਨੇ ਇੱਕ ਹੋਰ ਘਿਰਨਾ ਭਰੀ ਹਰਕਤ ਕੀਤੀ। ਉਹਨੇ ਆਪਣੇ ਸਹੁਰੇ ਨੂੰ ਤਾਨਾ ਮਾਰਦੇ ਹੋਏ ਕਿਹਾ, ਤੇ ਹਾਂ, ਇੱਕ ਗੱਲ ਹੋਰ, ਜਦੋਂ ਅਸੀਂ ਵਾਪਸ ਆਵਾਂਗੇ ਤਾਂ ਤੁਹਾਡੇ ਝੂਠੇ ਡਰਾਮੇ ਨੂੰ ਖਤਮ ਕਰ ਦੇਵਾਂਗੇ। ਆਪਣੀ ਨੂੰਹ ਦੀਆਂ ਗੱਲਾਂ ਸੁਣ ਕੇ ਚਰਨ ਸਿੰਘ ਦਾ ਦਿਲ ਬਿਲਕੁਲ ਟੁੱਟ ਚੁੱਕਿਆ ਸੀ ਤੇ ਉਹ ਇੰਨੀਆਂ ਗੱਲਾਂ ਸੁਣਨ ਦੇ ਬਾਵਜੂਦ ਵੀ ਚੁੱਪਚਾਪ ਆਪਣੇ ਕਮਰੇ ਵਿੱਚ ਚਲੇ ਗਏ। ਪਰ ਕੋਮਲ ਇੱਥੇ ਹੀ ਬਸ ਨਹੀਂ ਹੋਈ। ਉਹਨੇ ਗੁੱਸੇ ਵਿੱਚ ਆ ਕੇ ਆਪਣੇ ਸਹੁਰੇ ਦੀ ਗੱਲ ਤੇ ਇੱਕ ਜ਼ੋਰਦਾਰ ਥੱਪੜ ਮਾਰਿਆ ਤੇ ਉਹਦੇ ਮੂੰਹ ਵਿੱਚੋਂ ਨਿਕਲਿਆ, ਕਿਉਂ ਤੁਸੀਂ ਸਾਡੇ ਤੋਂ ਵਾਰ-ਵਾਰ ਮੰਗਦੇ ਹੋ? ਕੀ ਤੇਰੇ ਕੋਲ ਖੁਦ ਕੋਲ ਕੋਈ ਸਮਝ ਨਹੀਂ ਆ ਕਿ ਅਸੀਂ ਤੈਨੂੰ ਕੁਝ ਨਹੀਂ ਦੇ ਸਕਦੇ? ਚਰਨ ਸਿੰਘ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਵਹਿਣ ਲੱਗੇ ਤੇ ਉਹਨੇ ਆਪਣੀ ਬੇਵਸੀ ਨੂੰ ਆਪਣੇ ਅੰਦਰ ਹੀ ਦੱਬ ਲਿਆ ਤੇ ਬਿਨਾਂ ਕੁਝ ਕਹੇ ਉੱਥੋਂ ਚਲੇ ਗਏ। ਉਹਦੀ ਆਤਮਾ ਜਿਵੇਂ ਇਸ ਅਪਮਾਨ ਦੇ ਬੋਝ ਥੱਲੇ ਦਬ ਗਈ ਸੀ। ਉਹਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਸ ਤੋਂ ਕਿਹੜੀ ਗਲਤੀ ਹੋਈ ਆ ਜੋ ਉਹਦੇ ਆਪਣੇ ਹੀ ਬੱਚੇ ਉਸ ਨਾਲ ਇੰਨੀ ਜ਼ਿਆਦਾ ਨਫ਼ਰਤ ਕਰਦੇ ਹਨ। ਇਹ ਸਭ ਵੇਖ ਕੇ ਉਹਦੇ ਬੇਟੇ ਰੋਸ਼ਨ ਨੇ ਵੀ ਕੁਝ ਨਹੀਂ ਕਿਹਾ। ਉਸ ਲਈ ਤਾਂ ਇਹ ਇੱਕ ਆਮ ਗੱਲ ਹੀ ਆ। ਰਾਤ ਬਹੁਤ ਗਹਿਰੀ ਹੋ ਚੁੱਕੀ ਸੀ, ਪਰ ਚਰਨ ਸਿੰਘ ਦੀਆਂ ਅੱਖਾਂ ਦੇ ਵਿੱਚ ਨੀਂਦ ਦਾ ਨਾਮੋ ਨਿਸ਼ਾਨ ਵੀ ਨਹੀਂ ਸੀ। ਦੀਵਾਲੀ ਦਾ ਤਿਉਹਾਰ ਜਿਵੇਂ ਉਹਦੇ ਲਈ ਇੱਕ ਸ਼ਰਾਪ ਬਣ ਗਿਆ ਸੀ। ਨੂੰਹ ਦਾ ਕੀਤਾ ਅਪਮਾਨ, ਥੱਪੜ ਅਤੇ ਪੁੱਤ ਦੇ ਇਸ ਤਰ੍ਹਾਂ ਚੁੱਪ ਰਹਿਣ ਨੇ ਉਹਦਾ ਦਿਲ ਚੀਰ ਕੇ ਰੱਖ ਦਿੱਤਾ ਸੀ। ਉਸ ਰਾਤ ਇਕੱਲਾ ਆਪਣੇ ਕਮਰੇ ਵਿੱਚ ਬੈਠਾ ਰਿਹਾ ਤੇ ਉਹਦੀਆਂ ਅੱਖਾਂ ਵਿੱਚ ਬਹੁਤ ਸਾਰੇ ਹੰਝੂ ਸਨ। ਉਹਦੇ ਦਿਲ ਵਿੱਚ ਵਾਰ-ਵਾਰ ਉਹੀ ਸਵਾਲ ਉੱਠ ਰਿਹਾ ਸੀ ਕਿ ਮੇਰਾ ਇਹੀ ਹਸ਼ਰ ਹੋਣਾ ਲਿਖਿਆ ਸੀ ਕਿ ਮੇਰੇ ਆਪਣੇ ਇੰਨੇ ਪਰਾਏ ਹੋ ਜਾਣਗੇ। ਉਹਦੇ ਮਨ ਵਿੱਚ ਲਗਾਤਾਰ ਇਹੀ ਸਵਾਲ ਘੁੰਮ ਰਿਹਾ ਸੀ ਕਿ ਉਹਨੂੰ ਹੁਣ ਇਸ ਘਰ ਵਿੱਚ ਰਹਿਣ ਦਾ ਕੋਈ ਅਧਿਕਾਰ ਰਿਹਾ ਹੈ? ਕੀ ਉਸ ਦਾ ਵਜੂਦ ਇਸ ਘਰ ਵਿੱਚ ਕਿਸੇ ਦੇ ਲਈ ਕੋਈ ਮਾਇਨੇ ਨਹੀਂ ਰੱਖਦਾ?
ਨੂੰਹ ਦੇ ਗੁੱਸੇ ਨੇ ਅਤੇ ਪੁੱਤ ਦੀ ਚੁੱਪ ਨੇ ਉਹਦੇ ਦਿਲ ਤੇ ਡੂੰਘਾ ਜ਼ਖਮ ਕਰ ਦਿੱਤਾ ਸੀ। ਚਰਨ ਸਿੰਘ ਜੀ ਸੋਚਣ ਲੱਗੇ ਕਿ ਇਹ ਘਰ ਜਿਹਨੂੰ ਉਹਨੇ ਆਪਣੀ ਖੂਨ ਪਸੀਨੇ ਨਾਲ ਬਣਾਇਆ ਸੀ, ਹੁਣ ਜਿਵੇਂ ਉਹਦੇ ਲਈ ਇੱਕ ਜੇਲ੍ਹ ਬਣ ਗਿਆ ਸੀ। ਰਾਤ ਦੇ ਤੀਜੇ ਪਹਿਰ ਜਦੋਂ ਸਾਰਾ ਘਰ ਨੀਂਦ ਦੇ ਵਿੱਚ ਡੁੱਬਿਆ ਹੋਇਆ ਸੀ, ਚਰਨ ਸਿੰਘ ਨੇ ਇੱਕ ਫੈਸਲਾ ਕੀਤਾ। ਉਹਨੇ ਇਹ ਤੈਅ ਕੀਤਾ ਕਿ ਹੁਣ ਉਹ ਇਸ ਘਰ ਨੂੰ ਛੱਡ ਦੇਵੇਗਾ। ਉਹ ਆਪਣੀ ਆਤਮਾ ਨੂੰ ਹੋਰ ਸੱਟ ਪਹੁੰਚਾਉਣ ਦੀ ਸਥਿਤੀ ਵਿੱਚ ਨਹੀਂ ਸੀ। ਉਹਦੇ ਕੋਲ ਬਸ ਕੁਝ ਹੀ ਸਮਾਨ ਸੀ, ਉਹਦੇ ਕੁਝ ਕੱਪੜੇ ਅਤੇ ਉਹਦੀਆਂ ਬਚੀਆਂ ਹੋਈਆਂ ਪੁਰਾਣੀਆਂ ਯਾਦਾਂ। ਉਹਨੇ ਆਪਣਾ ਛੋਟਾ ਜਿਹਾ ਬੈਗ ਪੈਕ ਕੀਤਾ, ਹੌਲੀ ਜਿਹੀ ਉੱਠਿਆ ਅਤੇ ਫਿਰ ਇੱਕ ਨਜ਼ਾਰਾ ਸਾਰੇ ਘਰ ਨੂੰ ਦੇਖਿਆ। ਇਸ ਘਰ ਵਿੱਚ ਲੰਘਾਏ ਹੋਏ ਹਰ ਇੱਕ ਪਲ ਦੀਆਂ ਯਾਦਾਂ ਉਸ ਦੀਆਂ ਅੱਖਾਂ ਵਿੱਚ ਅੱਗੇ ਘੁੰਮ ਰਹੀਆਂ ਸੀ। ਉਹਨੇ ਆਪਣੀਆਂ ਉਂਗਲੀਆਂ ਨਾਲ ਇੱਕ ਕੰਧ ਨੂੰ ਛੂਹਿਆ, ਜਾਨੀ ਆਪਣੇ ਪੁਰਾਣੇ ਦਿਨਾਂ ਦੀਆਂ ਖੁਸ਼ੀਆਂ ਅਤੇ ਆਪਣਿਆਂ ਦਾ ਪਿਆਰ ਫਿਰ ਤੋਂ ਮਹਿਸੂਸ ਕਰ ਰਹੇ ਹੋਣ। ਦਰਵਾਜ਼ੇ 'ਤੇ ਖੜੇ ਹੋ ਕੇ ਉਹਨੇ ਇੱਕ ਆਖਰੀ ਵਾਰ ਆਪਣੇ ਪੁੱਤਰ ਰੋਸ਼ਨ ਦੇ ਕਮਰੇ ਵੱਲ ਵੇਖਿਆ। ਉਹਨੂੰ ਉਮੀਦ ਸੀ ਕਿ ਸ਼ਾਇਦ ਰੋਸ਼ਨ ਇੱਕ ਵਾਰ ਬਾਹਰ ਆਵੇਗਾ, ਉਹਦੇ ਨਾਲ ਗੱਲ ਕਰੇਗਾ ਤੇ ਉਹਨੂੰ ਰੋਕ ਲਵੇਗਾ, ਪਰ ਕਮਰੇ ਵਿੱਚ ਚੁੱਪ ਸੀ। ਉਹਦੀਆਂ ਅੱਖਾਂ ਵਿੱਚ ਪਾਣੀ ਆ ਗਿਆ, ਪਰ ਉਹਨੇ ਆਪਣੇ ਪੈਰ ਪਿਛਾਂਹ ਨਾ ਖਿੱਚੇ। ਚਰਨ ਸਿੰਘ ਨੇ ਹੌਲੀ ਜਿਹੀ ਦਰਵਾਜ਼ਾ ਖੋਲ੍ਹ ਲਿਆ ਤੇ ਬਾਹਰ ਨਿਕਲ ਗਏ। ਰਾਤ ਦੀ ਠੰਡੀ ਹਵਾ ਨੇ ਜਿਵੇਂ ਉਹਦੇ ਅੰਦਰ ਦੀ ਸਾਰੀ ਪੀੜ ਨੂੰ ਮਹਿਸੂਸ ਕੀਤਾ। ਉੱਪਰ ਅਸਮਾਨ ਵਿੱਚ ਤਾਰੇ ਚਮਕ ਰਹੇ ਸਨ, ਪਰ ਉਹਦੀ ਜ਼ਿੰਦਗੀ ਦੇ ਵਿੱਚ ਹਨੇਰਾ ਹੀ ਹਨੇਰਾ ਸੀ। ਉਹ ਚੁੱਪਚਾਪ ਗਲੀ ਵਿੱਚ ਉਸ ਮੋੜ ਵੱਲ ਚੱਲ ਪਏ ਜਿੱਥੇ ਕਦੀ ਉਹ ਆਪਣੇ ਬੱਚਿਆਂ ਨਾਲ ਖੇਡਦੇ ਹੁੰਦੇ ਸੀ। ਉਸਦੇ ਹਰ ਕਦਮ ਦੇ ਨਾਲ ਉਹਦੇ ਦਿਲ ਦਾ ਬੋਝ ਹੋਰ ਵੀ ਵੱਧਦਾ ਜਾ ਰਿਹਾ ਸੀ, ਪਰ ਉਹਨਾਂ ਨੇ ਆਪਣੇ ਹੰਝੂਆਂ ਨੂੰ ਰੋਕ ਲਿਆ। ਚਰਨ ਸਿੰਘ ਜੀ ਹੁਣ ਸੋਚ ਰਹੇ ਸਨ ਕਿ ਉਹ ਕਿੱਥੇ ਜਾਣਗੇ। ਕੋਈ ਟਿਕਾਣਾ ਨਹੀਂ ਸੀ, ਕੋਈ ਸਹਾਰਾ ਨਹੀਂ ਸੀ। ਉਹ ਸੜਕਾਂ 'ਤੇ ਤੁਰੇ ਜਾ ਰਹੇ ਸੀ। ਚਰਨ ਸਿੰਘ ਦੇ ਕਦਮ ਉਸ ਨੂੰ ਇੱਕ ਅਣਜਾਣ ਰਸਤੇ ਦੀ ਤਰਫ ਲਈ ਜਾ ਰਹੇ ਸਨ। ਉਹਦੇ ਮਨ ਵਿੱਚ ਹੁਣ ਸਿਰਫ ਇੱਕ ਹੀ ਸਵਾਲ ਸੀ, ਸ਼ਾਇਦ ਕੋਈ ਅਜਿਹੀ ਜਗ੍ਹਾ ਹੋਵੇਗੀ ਜਿੱਥੇ ਉਹਦੇ ਲਈ ਇੱਜ਼ਤ ਬਚੀ ਹੋਵੇ, ਜਿੱਥੇ ਉਹਦੇ ਦਰਦ ਨੂੰ ਸਮਝਿਆ ਜਾਵੇ। ਚਰਨ ਸਿੰਘ ਜੀ ਘਰ ਛੱਡਣ ਤੋਂ ਬਾਅਦ ਆਪਣੇ ਆਪ ਨੂੰ ਬਹੁਤ ਹੀ ਇਕੱਲਾ ਮਹਿਸੂਸ ਕਰ ਰਹੇ ਸੀ। ਸੁਬਾਹ ਦੀ ਠੰਡੀ ਹਵਾ ਨੇ ਉਹਨਾਂ ਦੇ ਚਿਹਰੇ ਨੂੰ ਛੂਹ ਲਿਆ ਸੀ, ਪਰ ਜੋ ਨਿੱਘ ਇੱਕ ਪਰਿਵਾਰ ਵਿੱਚ ਹੁੰਦਾ ਹੈ, ਉਹ ਉਸ ਦੀ ਜ਼ਿੰਦਗੀ ਵਿੱਚੋਂ ਗਾਇਬ ਸੀ। ਉਹਨੇ ਸੋਚਿਆ ਕਿ ਉਸ ਨੂੰ ਕਿਤੇ ਦੂਰ ਜਾ ਕੇ ਰਹਿਣਾ ਚਾਹੀਦਾ ਹੈ, ਜਿੱਥੋਂ ਦੇ ਲੋਕ ਭੋਲੇ ਤੇ ਸਮਝਦਾਰ ਹੋਣ। ਪੈਸੇ ਨਾ ਹੋਣ ਕਰਕੇ ਉਹ ਦੁਖੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਸੀ। ਉਹਨੇ ਕੁਝ ਦਿਨ ਸੜਕਾਂ 'ਤੇ ਲੰਘਾਏ, ਫਿਰ ਉਹ ਪਿਛਲੀ ਜ਼ਿੰਦਗੀ ਵਿਚਲੀਆਂ ਕੁਝ ਸੁੱਖ ਦੁੱਖ ਨਾਲ ਭਰੀਆਂ ਹੋਈਆਂ ਯਾਦਾਂ ਵਿੱਚ ਗਵਾਚ ਗਏ। ਹੌਲੀ ਹੌਲੀ ਉਹਨੂੰ ਸਮਝ ਵਿੱਚ ਆ ਗਿਆ ਸੀ ਕਿ ਦੁਨੀਆ ਕਿੰਨੀ ਬੇਰਹਿਮ ਹੋ ਸਕਦੀ ਹੈ। ਉਹਨੇ ਕਈ ਵਾਰ ਕੋਸ਼ਿਸ਼ ਕੀਤੀ ਕਿ ਉਹ ਆਪਣੀ ਸਥਿਤੀ ਨੂੰ ਬਦਲ ਸਕੇ, ਪਰ ਉਹ ਅਸਫਲ ਰਹੇ। ਇੱਕ ਦਿਨ ਉਹ ਭੀੜ ਭਰੇ ਬਾਜ਼ਾਰ ਵਿੱਚ ਪਹੁੰਚੇ ਜਿੱਥੇ ਲੋਕ ਖਰੀਦਦਾਰੀ ਕਰ ਰਹੇ ਸਨ। ਚਰਨ ਸਿੰਘ ਨੇ ਸੋਚਿਆ ਕਿ ਕੁਝ ਪੈਸੇ ਮੰਗਣ ਨਾਲ ਉਹਦੀ ਸਥਿਤੀ ਸ਼ਾਇਦ ਸੁਧਰ ਸਕਦੀ ਹੈ। ਉਹਨੇ ਆਪਣੇ ਗੰਦੇ ਕੱਪੜਿਆਂ ਨੂੰ ਇਕੱਠਾ ਕੀਤਾ ਤੇ ਹੱਥ ਫੈਲਾ ਕੇ ਉੱਥੋਂ ਦੇ ਲੰਘਦੇ ਲੋਕਾਂ ਤੋਂ ਪੈਸੇ ਮੰਗਣ ਲੱਗਿਆ। ਕੁਝ ਲੋਕਾਂ ਨੇ ਤਾਂ ਉਹਨੂੰ ਦੇਖ ਕੇ ਅਣਦੇਖਾ ਕਰ ਦਿੱਤਾ, ਪਰ ਕੁਝ ਲੋਕਾਂ ਨੇ ਉਹਨੂੰ ਦਇਆ ਭਰੀਆਂ ਨਜ਼ਰਾਂ ਨਾਲ ਦੇਖਿਆ। ਉਹ ਆਪਣੇ ਮਨ ਵਿੱਚ ਸੋਚ ਰਿਹਾ ਸੀ ਕਿ ਇਹ ਕੀ ਹੋ ਗਿਆ ਆ ਮੈਨੂੰ? ਕੀ ਮੈਂ ਉਹੀ ਚਰਨ ਸਿੰਘ ਗਰੇਵਾਲ ਹਾਂ ਜੋ ਕਦੇ ਆਪਣੇ ਬੱਚਿਆਂ ਦੇ ਨਾਲ ਖੁਸ਼ੀਆਂ ਵੰਡਿਆ ਕਰਦਾ ਸੀ? ਉਹ ਖੁਦ ਨੂੰ ਉਸ ਹਾਲਾਤ ਵਿੱਚ ਦੇਖ ਕੇ ਬਹੁਤ ਦੁਖੀ ਸਨ। ਤਾਂ ਅਚਾਨਕ ਉਹਨੂੰ ਇੱਕ ਵਿਅਕਤੀ ਨੇ ਦੇਖਿਆ। ਉਸ ਵੱਲ ਨੂੰ ਆਇਆ ਤੇ ਉਹਦੀਆਂ ਅੱਖਾਂ ਵਿੱਚ ਪਹਿਚਾਣ ਦੀ ਚਮਕ ਸੀ। ਉਹ ਚਰਨ ਸਿੰਘ ਦਾ ਪੁਰਾਣਾ ਦੋਸਤ ਸਵਰਨ ਸਿੰਘ ਸੀ। ਸਵਰਨ ਸਿੰਘ ਨੇ ਚਰਨ ਸਿੰਘ ਨੂੰ ਪਹਿਚਾਣਦੇ ਹੀ ਪੁੱਛਿਆ, ਚਰਨ ਸਿੰਘ, ਇਹ ਕੀ ਹੋ ਗਿਆ ਆ ਤੈਨੂੰ? ਤੂੰ ਇੱਥੇ ਭੀਖ ਮੰਗ ਰਿਹਾ ਆ? ਚਰਨ ਸਿੰਘ ਨੇ ਸਿਰ ਝੁਕਾਇਆ ਤੇ ਕਿਹਾ, ਕੁਝ ਨਹੀਂ ਸਵਰਨ, ਬਸ ਸਮੇਂ ਨੇ ਆਪਣਾ ਰੰਗ ਬਦਲ ਲਿਆ। ਸਵਰਨ ਸਿੰਘ ਨੇ ਆਪਣੇ ਦੋਸਤ ਚਰਨ ਸਿੰਘ ਦੀਆਂ ਅੱਖਾਂ ਵਿੱਚ ਜੋ ਦਰਦ ਦੇਖਿਆ, ਉਹਨੇ ਉਹਨੂੰ ਹੈਰਾਨ ਕਰ ਦਿੱਤਾ।
ਉਹ ਸੋਚਣ ਲੱਗਿਆ, ਇਹ ਕੀ ਹੋ ਗਿਆ? ਚਰਨ ਸਿੰਘ ਜੀ ਤਾਂ ਇਹੋ ਜਿਹੇ ਕਦੇ ਵੀ ਨਹੀਂ ਦਿਖਦੇ ਸਨ। ਸਵਰਨ ਸਿੰਘ ਨੇ ਉਸਦੇ ਕੋਲ ਜਾ ਕੇ ਫਿਰ ਤੋਂ ਪੁੱਛਿਆ, ਕੀ ਹੋਇਆ? ਤੂੰ ਇੰਨਾ ਦੁਖੀ ਕਿਉਂ ਆ? ਚਰਨ ਸਿੰਘ ਨੇ ਅੱਖਾਂ ਵਿੱਚ ਹੰਝੂ ਲਿਆਉਂਦੇ ਹੋਏ ਆਪਣੇ ਦੋਸਤ ਨੂੰ ਸਾਰੀ ਕਹਾਣੀ ਦੱਸੀ। ਉਹਨੇ ਕਿਹਾ ਕਿ ਮੈਨੂੰ ਮੇਰੇ ਪੁੱਤ ਤੇ ਨੂੰਹ ਨੇ ਘਰੋਂ ਕੱਢ ਦਿੱਤਾ ਆ ਤੇ ਮੈਂ ਇੱਥੇ ਭੀਖ ਮੰਗ ਕੇ ਗੁਜ਼ਾਰਾ ਕਰ ਰਿਹਾ ਆ। ਸਵਰਨ ਸਿੰਘ ਨੂੰ ਚਰਨ ਸਿੰਘ ਦੀ ਗੱਲ ਸੁਣ ਕੇ ਬਹੁਤ ਧੱਕਾ ਲੱਗਿਆ। ਉਹਨੇ ਕਿਹਾ ਕਿ ਇਹ ਤੇਰੇ ਨਾਲ ਕਿਵੇਂ ਹੋ ਸਕਦਾ? ਤੂੰ ਤਾਂ ਹਮੇਸ਼ਾ ਪਰਿਵਾਰ ਦੇ ਲਈ ਸਮਰਪਿਤ ਰਹਿੰਦਾ ਸੀ। ਤੂੰ ਤਾਂ ਉਹਨਾਂ ਨੂੰ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਦਿੱਤੀਆਂ। ਚਰਨ ਸਿੰਘ ਨੇ ਆਪਣੀ ਦੁੱਖ ਭਰੀ ਕਹਾਣੀ ਸੁਣਾਈ। ਮੇਰੇ ਬੇਟੇ ਨੇ ਮੈਨੂੰ ਨਜ਼ਰਅੰਦਾਜ਼ ਕਰ ਦਿੱਤਾ ਤੇ ਨੂੰਹ ਨੇ ਮੇਰੇ ਉੱਤੇ ਹੱਥ ਚੁੱਕਿਆ। ਮੈਂ ਇੱਥੇ ਬਿਲਕੁਲ ਇਕੱਲਾ ਖੜਾ ਹਾਂ, ਕਿਸੇ ਨੂੰ ਮੇਰੀ ਫਿਕਰ ਨਹੀਂ ਆ। ਸਵਰਨ ਸਿੰਘ ਨੇ ਗੁੱਸੇ ਵਿੱਚ ਆ ਕੇ ਕਿਹਾ, ਇਹ ਤਾਂ ਤੁਹਾਡੇ ਨਾਲ ਬਹੁਤ ਗਲਤ ਹੋਇਆ ਆ। ਤੁਹਾਡੀ ਨੂੰਹ ਨੂੰ ਸ਼ਰਮ ਆਉਣੀ ਚਾਹੀਦੀ ਆ। ਇੱਕ ਪੁੱਤ ਨੂੰ ਆਪਣੇ ਪਿਤਾ ਦਾ ਸਨਮਾਨ ਕਰਨਾ ਚਾਹੀਦਾ ਆ, ਪਰ ਤੂੰ ਜੋ ਸਿਆ ਉਹ ਅਸਹਿ ਆ। ਮੈਂ ਤੇਰੇ ਲਈ ਕੁਝ ਕਰਾਂਗਾ। ਚਰਨ ਸਿੰਘ ਨੇ ਕਿਹਾ, ਪਰ ਮੈਂ ਹੁਣ ਕੀ ਕਰ ਸਕਦਾ ਹਾਂ? ਮੈਂ ਤਾਂ ਬਸ ਹੁਣ ਜਿਉਣ ਦੇ ਲਈ ਸੰਘਰਸ਼ ਕਰ ਰਿਹਾ ਹਾਂ। ਸਵਰਨ ਸਿੰਘ ਨੇ ਕਿਹਾ, ਚੱਲ ਪਹਿਲਾਂ ਤੂੰ ਮੇਰੇ ਨਾਲ ਚੱਲ, ਆਪਾਂ ਹੋਰ ਗੱਲਾਂ ਬਾਤਾਂ ਕਰਦੇ ਹਾਂ। ਤੂੰ ਮੇਰੇ ਘਰ ਚੱਲ ਤੇ ਤੂੰ ਉੱਥੇ ਆਰਾਮ ਕਰ ਲਵੀਂ। ਸਵਰਨ ਸਿੰਘ ਨੇ ਆਪਣੇ ਨਾਲ ਘਰ ਜਾਣ ਲਈ ਕਿਹਾ ਤਾਂ ਚਰਨ ਸਿੰਘ ਨੇ ਹਿਚਕਚਾਉਂਦੇ ਹੋਏ ਹਾਮੀ ਭਰ ਦਿੱਤੀ। ਉਸ ਨੂੰ ਇਹ ਸੋਚ ਕੇ ਬਹੁਤ ਚੰਗਾ ਲੱਗ ਰਿਹਾ ਸੀ ਕਿ ਸ਼ਾਇਦ ਹੁਣ ਉਹਨੂੰ ਕੋਈ ਸਹਾਰਾ ਮਿਲ ਸਕੇ। ਦੋਵੇਂ ਇਕੱਠੇ ਸਵਰਨ ਸਿੰਘ ਦੇ ਘਰ ਪਹੁੰਚੇ ਤਾਂ ਉਹਦੀ ਪਤਨੀ ਨੇ ਚਰਨ ਸਿੰਘ ਨੂੰ ਦੇਖ ਕੇ ਕਿਹਾ, ਤੁਹਾਨੂੰ ਕੀ ਹੋਇਆ? ਚਰਨ ਸਿੰਘ ਜੀ, ਤੁਸੀਂ ਤਾਂ ਬੜੇ ਖੁਸ਼ ਰਹਿੰਦੇ ਸੀ। ਤਾਂ ਚਰਨ ਸਿੰਘ ਨੇ ਫਿਰ ਤੋਂ ਆਪਣੀ ਸਾਰੀ ਕਹਾਣੀ ਸੁਣਾਈ। ਤਾਂ ਸਵਰਨ ਸਿੰਘ ਦੀ ਪਤਨੀ ਨੇ ਕਿਹਾ, ਇਹ ਤਾਂ ਬੜਾ ਮਾੜਾ ਹੋਇਆ। ਤੁਸੀਂ ਸਾਡੇ ਮਹਿਮਾਨ ਹੋ, ਤੁਸੀਂ ਇੱਥੇ ਆਰਾਮ ਕਰ ਸਕਦੇ ਹੋ। ਸਵਰਨ ਸਿੰਘ ਨੇ ਕਿਹਾ ਕਿ ਮੈਂ ਚਰਨ ਸਿੰਘ ਦੀ ਮਦਦ ਕਰਾਂਗਾ। ਮੈਂ ਉਹਦੇ ਬੇਟੇ ਨਾਲ ਗੱਲ ਕਰਾਂਗਾ ਕਿ ਉਹਨੂੰ ਆਪਣੇ ਪਿਤਾ ਦੇ ਪ੍ਰਤੀ ਜ਼ਿੰਮੇਵਾਰੀਆਂ ਸਮਝਣੀਆਂ ਪੈਣਗੀਆਂ। ਚਰਨ ਸਿੰਘ ਨੇ ਕੁਝ ਨਾ ਕਿਹਾ, ਪਰ ਉਹਦੀਆਂ ਅੱਖਾਂ ਵਿੱਚ ਆਸ਼ਾ ਦੀ ਇੱਕ ਕਿਰਨ ਸੀ ਕਿ ਹੁਣ ਉਹਦੇ ਬੇਟੇ ਨੂੰ ਸੱਚਮੁੱਚ ਹੀ ਸਮਝਾਇਆ ਜਾ ਸਕੇਗਾ। ਸਵਰਨ ਸਿੰਘ ਨੇ ਅਗਲੇ ਦਿਨ ਚਰਨ ਸਿੰਘ ਨੂੰ ਆਪਣੇ ਨਾਲ ਉਹਦੇ ਬੇਟੇ ਕੋਲ ਲਿਜਾਣ ਦਾ ਫੈਸਲਾ ਕੀਤਾ ਤੇ ਉਹਨੇ ਚਰਨ ਸਿੰਘ ਨੂੰ ਹੌਸਲਾ ਦਿੱਤਾ ਕਿ ਸਭ ਠੀਕ ਹੋ ਜਾਵੇਗਾ। ਚਰਨ ਸਿੰਘ ਨੇ ਕਿਹਾ, ਪਰ ਸਵਰਨ, ਮੇਰਾ ਬੇਟਾ ਤਾਂ ਮੇਰੇ ਨਾਲ ਗੱਲ ਹੀ ਨਹੀਂ ਕਰਦਾ। ਉਹ ਮੇਰੀ ਕੋਈ ਵੀ ਗੱਲ ਸੁਣਨ ਲਈ ਤਿਆਰ ਨਹੀਂ ਆ। ਸਵਰਨ ਸਿੰਘ ਨੇ ਕਿਹਾ, ਤੂੰ ਚਿੰਤਾ ਨਾ ਕਰ, ਮੈਂ ਉਹਨੂੰ ਸਮਝਾ ਦੇਵਾਂਗਾ। ਇੱਕ ਪਿਤਾ ਦਾ ਸਨਮਾਨ ਬੇਟੇ ਦੇ ਲਈ ਸਭ ਤੋਂ ਉੱਚਾ ਹੁੰਦਾ ਆ। ਚਰਨ ਸਿੰਘ ਦੇ ਮਨ ਵਿੱਚ ਵੀ ਇੱਕ ਨਵੀਂ ਉਮੀਦ ਜਾਗ ਉੱਠੀ ਸੀ, ਪਰ ਉਹਦੇ ਦਿਲ ਵਿੱਚ ਅਜੇ ਵੀ ਡਰ ਸੀ ਕਿ ਕਿਤੇ ਰੌਸ਼ਨ ਫਿਰ ਤੋਂ ਉਹਨਾਂ ਅਪਮਾਨਜਨਕ ਸ਼ਬਦਾਂ ਦਾ ਇਸਤੇਮਾਲ ਨਾ ਕਰੇ। ਜਿਵੇਂ ਹੀ ਉਹ ਰੌਸ਼ਨ ਦੇ ਘਰ ਪਹੁੰਚੇ ਤਾਂ ਚਰਨ ਸਿੰਘ ਦਾ ਦਿਲ ਜ਼ੋਰ-ਜ਼ੋਰ ਦੀ ਧੜਕਣ ਲੱਗਿਆ। ਕੀ ਉਹਦਾ ਬੇਟਾ ਉਹਦੀ ਗੱਲ ਸੁਣਨ ਲਈ ਤਿਆਰ ਹੋਵੇਗਾ? ਸਵਰਨ ਸਿੰਘ ਨੇ ਚਰਨ ਸਿੰਘ ਵੱਲ ਵੇਖ ਕੇ ਉਸ ਤੋਂ ਪੁੱਛਿਆ, ਕੀ ਤੇਰੇ ਨਾਮ ਕੋਈ ਜ਼ਮੀਨ ਜਾਇਦਾਦ ਹੈ? ਕੀ ਤੂੰ ਕਦੇ ਉਸ ਬਾਰੇ ਵੀ ਵਿੱਚ ਸੋਚਿਆ ਹੈ? ਚਰਨ ਸਿੰਘ ਨੇ ਥੋੜਾ ਹੈਰਾਨ ਜਿਹਾ ਹੁੰਦੇ ਹੋਏ ਕਿਹਾ ਕਿ ਹਾਂ, ਥੋੜੀ ਜ਼ਮੀਨ ਤੇ ਘਰ ਆ, ਪਰ ਮੈਂ ਕਦੇ ਉਹਦੇ ਵੱਲ ਧਿਆਨ ਹੀ ਨਹੀਂ ਦਿੱਤਾ। ਹੁਣ ਤਾਂ ਮੇਰੇ ਬੇਟੇ ਨੇ ਮੈਨੂੰ ਘਰੋਂ ਕੱਢ ਦਿੱਤਾ ਆ। ਸਵਰਨ ਸਿੰਘ ਨੇ ਚਰਨ ਸਿੰਘ ਨੂੰ ਸਮਝਾਉਂਦੇ ਹੋਏ ਕਿਹਾ, ਜੇਕਰ ਤੇਰੇ ਨਾਮ ਕੁਝ ਸੰਪਤੀ ਹੈ ਤਾਂ ਤੈਨੂੰ ਆਪਣੇ ਹੱਕਾਂ ਲਈ ਲੜਨਾ ਪਵੇਗਾ। ਤੇਰਾ ਬੇਟਾ ਤੇ ਨੂੰਹ ਤੈਨੂੰ ਬਿਨਾਂ ਕਿਸੇ ਕਾਰਨ ਤੋਂ ਇਸ ਤਰ੍ਹਾਂ ਘਰੋਂ ਨਹੀਂ ਕੱਢ ਸਕਦੇ। ਇਹ ਕਾਨੂੰਨ ਦੀਆਂ ਨਜ਼ਰਾਂ ਵਿੱਚ ਗਲਤ ਆ। ਚਰਨ ਸਿੰਘ ਨੇ ਕਿਹਾ, ਪਰ ਮੈਂ ਕੀ ਕਰ ਸਕਦਾ ਹਾਂ? ਉਹ ਮੇਰੇ ਤੋਂ ਦੂਰ ਹੋ ਚੁੱਕੇ ਹਨ। ਸਵਰਨ ਸਿੰਘ ਨੇ ਕਿਹਾ, ਚਲੋ ਆਪਾਂ ਵਕੀਲ ਨੂੰ ਮਿਲਦੇ ਹਾਂ। ਮੈਂ ਤੇਰੀ ਪ੍ਰਾਪਰਟੀ ਦੇ ਆਧਾਰ ਤੇ ਕੇਸ ਦਰਜ ਕਰਾਂਗਾ। ਆਪਾਂ ਤੇਰੇ ਬੇਟੇ ਨੂੰ ਸਿਰਫ ਉਹਦੀ ਗਲਤੀ ਦਾ ਅਹਿਸਾਸ ਹੀ ਕਰਾਉਣਾ ਆ। ਤਾਂ ਚਰਨ ਸਿੰਘ ਨੇ ਬੜੀ ਉਮੀਦ ਨਾਲ ਆਖਿਆ, ਤੈਨੂੰ ਕੀ ਲੱਗਦਾ ਆ ਕਿ ਇਹ ਤਰੀਕਾ ਕੰਮ ਕਰੇਗਾ? ਤਾਂ ਸਵਰਨ ਸਿੰਘ ਨੇ ਕਿਹਾ, ਹਾਂ ਬਿਲਕੁਲ, ਆਪਾਂ ਨੂੰ ਇਸ ਤੇ ਬੜੀ ਗੰਭੀਰਤਾ ਨਾਲ ਕੰਮ ਕਰਨਾ ਹੋਵੇਗਾ। ਮੈਂ ਇੱਕ ਵਕੀਲ ਨੂੰ ਬੁਲਾਉਂਦਾ ਹਾਂ ਜੋ ਇਸ ਮਾਮਲੇ ਵਿੱਚ ਸਾਡੀ ਮਦਦ ਕਰ ਸਕੇ।
ਸਵਰਨ ਸਿੰਘ ਨੇ ਇੱਕ ਵਕੀਲ ਨੂੰ ਫੋਨ ਕਰਕੇ ਬੁਲਾ ਲਿਆ। ਥੋੜੀ ਦੇਰ ਬਾਅਦ ਇੱਕ ਵਿਅਕਤੀ ਆਇਆ ਜਿਸ ਦੇ ਹੱਥ ਵਿੱਚ ਫਾਈਲਾਂ ਫੜੀਆਂ ਹੋਈਆਂ ਸਨ ਤੇ ਸਮਾਰਟ ਕੱਪੜੇ ਪਾਏ ਹੋਏ ਸੀ। ਉਸਨੇ ਸਵਰਨ ਸਿੰਘ ਨੂੰ ਦੇਖ ਕੇ ਕਿਹਾ, ਹਾਂਜੀ ਤੁਸੀਂ ਮੈਨੂੰ ਬੁਲਾਇਆ ਸੀ? ਉਹਨੇ ਕਿਹਾ, ਹਾਂਜੀ ਇਹ ਚਰਨ ਸਿੰਘ ਜੀ ਹਨ। ਇਸ ਦੇ ਨਾਲ ਅਨਿਆਏ ਹੋਇਆ ਆ। ਅਸੀਂ ਇਸ ਦੀ ਪ੍ਰਾਪਰਟੀ ਦੇ ਅਧਿਕਾਰ ਨੂੰ ਲੈ ਕੇ ਕੇਸ ਦਰਜ ਕਰਨਾ ਆ। ਵਕੀਲ ਨੇ ਚਰਨ ਸਿੰਘ ਨੂੰ ਪੁੱਛਿਆ ਕਿ ਤੁਹਾਡੇ ਨਾਮ ਪ੍ਰਾਪਰਟੀ ਦੇ ਪੇਪਰ ਹਨ? ਚਰਨ ਸਿੰਘ ਨੇ ਹਾਮੀ ਭਰੀ ਤੇ ਕਿਹਾ, ਹਾਂ ਮੇਰੇ ਨਾਮ ਬਹੁਤ ਜ਼ਮੀਨ ਆ, ਪਰ ਮੈਂ ਨਹੀਂ ਜਾਣਦਾ ਕਿ ਮੈਂ ਕਿਸ ਤਰੀਕੇ ਨਾਲ ਇਸ ਨੂੰ ਹਾਸਲ ਕਰਾਂ। ਤਾਂ ਵਕੀਲ ਨੇ ਕਿਹਾ, ਬਸ ਤੁਹਾਨੂੰ ਉਹਨਾਂ ਪੇਪਰਾਂ ਦੀ ਜ਼ਰੂਰਤ ਪਵੇਗੀ। ਆਪਾਂ ਉਹ ਕਾਗਜ਼ ਕੋਰਟ ਵਿੱਚ ਪੇਸ਼ ਕਰਨੇ ਹਨ। ਚਰਨ ਸਿੰਘ ਨੇ ਕਿਹਾ, ਪਰ ਮੇਰਾ ਬੇਟਾ ਮੈਨੂੰ ਉੱਥੋਂ ਕੱਢ ਚੁੱਕਿਆ ਆ ਤੇ ਹੁਣ ਉਹ ਮੇਰੇ ਨਾਲ ਗੱਲ ਨਹੀਂ ਕਰਦਾ। ਸਵਰਨ ਸਿੰਘ ਨੇ ਕਿਹਾ, ਵਕੀਲ ਸਾਹਿਬ ਜੀ, ਅਸੀਂ ਇਹ ਚਾਹੁੰਦੇ ਹਾਂ ਕਿ ਚਰਨ ਸਿੰਘ ਦਾ ਹੱਕ ਉਹਨੂੰ ਮਿਲ ਜਾਵੇ। ਕੀ ਤੁਸੀਂ ਤਿਆਰ ਹੋ? ਵਕੀਲ ਨੇ ਕਿਹਾ, ਹਾਂ ਮੈਂ ਤਿਆਰ ਹਾਂ, ਪਰ ਮੈਨੂੰ ਤੁਹਾਡੇ ਕਾਗਜ਼ਾਂ ਦੀ ਜ਼ਰੂਰਤ ਪਵੇਗੀ। ਚਰਨ ਸਿੰਘ ਨੇ ਕਿਹਾ, ਮੈਂ ਉਹ ਕਾਗਜ਼ ਘਰ ਵਿੱਚ ਰੱਖੇ ਹਨ, ਪਰ ਇੱਕ ਸਮੱਸਿਆ ਆ। ਮੇਰੀ ਨੂੰਹ ਦੇ ਕਈ ਦੋਸਤ ਹਨ ਜੋ ਵਕੀਲ ਹਨ। ਕੀ ਉਸ ਨਾਲ ਕੋਈ ਮੁਸ਼ਕਲ ਤਾਂ ਪੈਦਾ ਨਹੀਂ ਹੋਵੇਗੀ? ਵਕੀਲ ਨੇ ਕਿਹਾ, ਇਹ ਤਾਂ ਦੇਖਣਾ ਪਵੇਗਾ, ਅਸੀਂ ਕੋਸ਼ਿਸ਼ ਕਰਾਂਗੇ। ਜਿਵੇਂ ਹੀ ਵਕੀਲ ਚਲਿਆ ਗਿਆ ਤਾਂ ਚਰਨ ਸਿੰਘ ਸੋਚਣ ਲੱਗਿਆ ਕਿ ਉਸ ਦੀ ਨੂੰਹ ਦਾ ਕੋਈ ਵਕੀਲ ਦੋਸਤ ਇਸ ਮਾਮਲੇ ਵਿੱਚ ਦਖਲ ਦੇ ਸਕਦਾ ਆ। ਅਗਲੇ ਦਿਨ ਸਵਰਨ ਸਿੰਘ ਨੇ ਚਰਨ ਸਿੰਘ ਨੂੰ ਕਿਹਾ, ਮੈਂ ਵਕੀਲ ਨਾਲ ਗੱਲ ਕੀਤੀ ਆ, ਉਹ ਕੱਲ੍ਹ ਆ ਕੇ ਕਾਗਜ਼ਾਂ ਦੀ ਜਾਂਚ ਪੜਤਾਲ ਕਰਨਗੇ। ਚਰਨ ਸਿੰਘ ਨੇ ਕਿਹਾ, ਕੀ ਕਿਹਾ? ਪਰ ਮੈਨੂੰ ਚਿੰਤਾ ਆ ਕਿ ਆਪਾਂ ਇਹ ਕੇਸ ਜਿੱਤ ਜਾਵਾਂਗੇ। ਤਾਂ ਸਵਰਨ ਸਿੰਘ ਨੇ ਉਹਨੂੰ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ, ਜੇਕਰ ਆਪਣੇ ਕੋਲ ਸਹੀ ਕਾਗਜ਼ ਪੱਤਰ ਹਨ ਤਾਂ ਕੇਸ ਆਪਾਂ ਜ਼ਰੂਰ ਜਿੱਤਾਂਗੇ। ਹਰ ਕੇਸ ਵਿੱਚ ਸੰਘਰਸ਼ ਹੁੰਦਾ ਆ, ਆਪਾਂ ਨੂੰ ਕੋਸ਼ਿਸ਼ ਕਰਨੀ ਪਵੇਗੀ। ਜੇਕਰ ਤੇਰੇ ਕੋਲ ਸਹੀ ਸਬੂਤ ਹਨ ਤਾਂ ਸਾਨੂੰ ਜਿੱਤਣ ਤੋਂ ਕੋਈ ਵੀ ਨਹੀਂ ਰੋਕ ਸਕਦਾ। ਫਿਰ ਅਗਲੇ ਦਿਨ ਵਕੀਲ ਨੇ ਚਰਨ ਸਿੰਘ ਦੇ ਘਰ ਆ ਕੇ ਉਸਦੇ ਸਾਰੇ ਕਾਗਜ਼ਾਂ ਨੂੰ ਧਿਆਨ ਨਾਲ ਵੇਖਿਆ ਤੇ ਵਕੀਲ ਨੇ ਕਿਹਾ ਕਿ ਸਾਰੇ ਕਾਗਜ਼ ਸਹੀ ਹਨ, ਸਾਡੇ ਕੋਲ ਇਹ ਪੱਕੇ ਸਬੂਤ ਹਨ। ਫਿਰ ਚਰਨ ਸਿੰਘ ਨੇ ਡਰਦੇ ਹੋਏ ਵਕੀਲ ਨੂੰ ਕਿਹਾ ਕਿ ਮੈਨੂੰ ਡਰ ਹੈ ਕਿ ਮੇਰੀ ਨੂੰਹ ਦੇ ਦੋਸਤ ਕਿਤੇ ਆਪਣੇ ਤੋਂ ਜਿੱਤ ਨਾ ਜਾਣ। ਵਕੀਲ ਨੇ ਕਿਹਾ, ਡਰਨ ਦੀ ਲੋੜ ਨਹੀਂ, ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਤੁਹਾਡਾ ਹੱਕ ਮਿਲ ਸਕੇ। ਕੁਝ ਦਿਨਾਂ ਬਾਅਦ ਜਦੋਂ ਸੁਣਵਾਈ ਦਾ ਦਿਨ ਆਇਆ, ਚਰਨ ਸਿੰਘ ਦਾ ਦਿਲ ਬਹੁਤ ਜ਼ੋਰ ਦੀ ਧੜਕਣ ਲੱਗਿਆ ਤੇ ਉਹਨੂੰ ਲੱਗਿਆ ਕਿ ਇਹ ਆਖਰੀ ਮੌਕਾ ਆ ਆਪਣੀ ਪਹਿਚਾਣ ਵਾਪਸ ਪਾਉਣ ਦਾ। ਚਰਨ ਸਿੰਘ ਨੇ ਵਕੀਲ ਨੂੰ ਕਿਹਾ ਕਿ ਤੁਹਾਨੂੰ ਹੁਣ ਮੇਰੀ ਜ਼ਰੂਰ ਮਦਦ ਕਰਨੀ ਹੋਵੇਗੀ, ਕਿਉਂਕਿ ਮੈਂ ਹੁਣ ਹੋਰ ਤੜਫ ਨਹੀਂ ਸਹਿ ਸਕਦਾ। ਵਕੀਲ ਨੇ ਕਿਹਾ, ਤੈਨੂੰ ਆਪਣੀ ਤਾਕਤ ਅਤੇ ਸਾਹਸ ਦਿਖਾਉਣਾ ਪਵੇਗਾ, ਅਸੀਂ ਤੇਰੇ ਨਾਲ ਹਾਂ। ਜਦੋਂ ਸੁਣਵਾਈ ਸ਼ੁਰੂ ਹੋਈ ਤਾਂ ਚਰਨ ਸਿੰਘ ਨੇ ਆਪਣੇ ਬੇਟੇ ਰੋਸ਼ਨ ਨੂੰ ਦੇਖਿਆ ਜੋ ਉੱਥੇ ਆਪਣੀ ਪਤਨੀ ਦੇ ਨਾਲ ਬੈਠਾ ਹੋਇਆ ਸੀ। ਉਹਦੇ ਚਿਹਰੇ ਤੇ ਆਤਮ ਵਿਸ਼ਵਾਸ ਸੀ, ਪਰ ਇਸ ਵਾਰ ਚਰਨ ਸਿੰਘ ਨੂੰ ਪੂਰਾ ਯਕੀਨ ਸੀ ਕਿ ਉਹ ਇਸ ਕੇਸ ਨੂੰ ਨਹੀਂ ਹਾਰੇਗਾ। ਫਿਰ ਜਿਵੇਂ ਸੁਣਵਾਈ ਸ਼ੁਰੂ ਹੋਈ ਤਾਂ ਚਰਨ ਸਿੰਘ ਦਾ ਵਕੀਲ ਸਾਰਾ ਮਾਮਲਾ ਜੱਜ ਸਾਹਿਬ ਦੇ ਸਾਹਮਣੇ ਪੇਸ਼ ਕਰਨ ਲੱਗਿਆ। ਪਰ ਅਚਾਨਕ ਹੀ ਕੇਸ ਵਿੱਚ ਨਵਾਂ ਮੋੜ ਆਇਆ। ਜਦੋਂ ਰੋਸ਼ਨ ਦੀ ਪਤਨੀ ਨੇ ਆਪਣੇ ਵਕੀਲ ਦੇ ਕੰਨ ਵਿੱਚ ਕੁਝ ਕਿਹਾ ਤਾਂ ਉਸ ਵਕੀਲ ਨੇ ਚਰਨ ਸਿੰਘ ਦੇ ਵਕੀਲ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ। ਚਰਨ ਸਿੰਘ ਨੂੰ ਅਹਿਸਾਸ ਹੋਇਆ ਕਿ ਉਹ ਵਕੀਲ ਜੋ ਚਰਨ ਸਿੰਘ ਦੇ ਖਿਲਾਫ ਖੜਾ ਸੀ ਉਹ ਰੋਸ਼ਨ ਦੀ ਪਤਨੀ ਦਾ ਦੋਸਤ ਸੀ। ਇਹ ਜਾਣ ਕੇ ਸਵਰਨ ਸਿੰਘ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ। ਹੇ ਰੱਬਾ, ਇਹ ਤਾਂ ਪੂਰੀ ਦੀ ਪੂਰੀ ਸਾਜ਼ਿਸ਼ ਆ, ਉਸਨੇ ਚਰਨ ਸਿੰਘ ਨੂੰ ਕਿਹਾ। ਤਾਂ ਉਸਨੇ ਗੁੱਸੇ ਵਿੱਚ ਕਿਹਾ ਕਿ ਕੀ ਇਹ ਸੱਚ ਹੈ? ਇਹ ਕਿਵੇਂ ਹੋ ਸਕਦਾ ਹੈ? ਸਵਰਨ ਸਿੰਘ ਨੇ ਕਿਹਾ, ਆਪਾਂ ਨੂੰ ਤੁਰੰਤ ਇਹਨਾਂ ਹਾਲਾਤਾਂ ਦਾ ਸਾਹਮਣਾ ਕਰਨਾ ਹੋਵੇਗਾ। ਤੇਰੇ ਖਿਲਾਫ ਜੋ ਕੁਝ ਵੀ ਹੋ ਰਿਹਾ ਹੈ ਉਹ ਇੱਕ ਸਾਜ਼ਿਸ਼ ਹੈ। ਜੋ ਕਹਾਣੀ ਉਹਨਾਂ ਦੇ ਵਕੀਲ ਨੇ ਪੇਸ਼ ਕੀਤੀ ਉਹ ਬੜੀ ਹੈਰਾਨ ਕਰਨ ਵਾਲੀ ਸੀ ਅਤੇ ਇਹ ਕੇਸ ਪੂਰੇ 8 ਮਹੀਨੇ ਚੱਲਿਆ। 8 ਮਹੀਨਿਆਂ ਦੀ ਲੰਬੀ ਅਤੇ ਸਖਤ ਲੜਾਈ ਤੋਂ ਬਾਅਦ ਚਰਨ ਸਿੰਘ ਨੇ ਆਪਣੇ ਵਕੀਲ ਅਤੇ ਸਵਰਨ ਸਿੰਘ ਨਾਲ
मिल के एक मजबूत केस तैयार किया। ये संघर्ष केवल अदालत विच ही नहीं, उसकी जिंदगी विच भी बहुत सारे उतराव चढ़ाव लैके आया। हर दिन चरण सिंह जी नूं अपने बेटे अते नूंह नूं देखदे होए अपने दिल विच एक नवीं उम्मीद अते डर दा सामना करना पैंदा। स्वर्ण सिंह ने हमेशा ही चरण सिंह नूं हौसला दिता कि तैनूं अपने हक्कां दे लई लड़ना होवेगा, अपनी आवाज़ उठाउणी पवेगी, ये समा तेरा है। चरण सिंह ने भी अपनियां मुश्किलां दा सामना करदे होए कहा, मैं हार नहीं मन्नांगा, मैं अपनी पहचान वापस पाउणा चाहुंदा हाँ। ये लड़ाई उसदे मन विच कई बार सवाल भी उठाउंदी सी कि वो सही कर रहा है कि उसका बेटा उसके खिलाफ खड़ा है। पर चरण सिंह ने अपनी कोशिश जारी रखी ते कहा कि जेकर मैनू अपनी पहचान बचाउणी है तो लड़ना तो पवेगा। अंत अदालत विच सुनाई दा दिन आ गया। ये वो पल सी जदों सारियां दीयां नज़रां अदालत के दरवाजे ते टिकियां होईयां सन। चरण सिंह ने महसूस किया कि यह सिर्फ एक कानूनी लड़ाई नहीं सी, बल्कि ये उसके सन्मान अते हक्कां दी लड़ाई सी। अदालत का माहौल बहुत ही तनावपूर्ण सी। जज ने सारिਆਂ ਨੂੰ अपने पक्ष रखण का मौका दिता। चरण सिंह के वकील ने अपना तर्क पेश करते हुए कहा, जज साहब, मेरे मौकल ने अपने बेटे अते नूंह वल्लों कीते हुए अन्याय का सामना किया है। रोशन की पत्नी ने पलट के कहा, यह सब झूठ है। मेरे पति ने हमेशा अपने पिता को सन्मान दिता है। पर वकील ने उसके दावे को मजबूती नाल गलत साबित किया। फिर चरण सिंह ने अपन अखां विच हंझू भरदे हुए कहा, मैं अपने बेटे का चंगा पालन पोषण किया, उसनूं अपने पैरों ते खड़ा किया, मैं उसदे लई सब कुछ किया, पर अज मैनूं घर तो कढ़ दिता गया। कि ये सही है? जज ने चरण सिंह की गल नूं डंगाई नाल सुनिया ते कोई भी फैसला लैण तो पहलां वो सोचण लगे। उन्हां पलां विच चरण सिंह नूं अपनी पूरी जिंदगी की याद आई ते हमेशा सच लई लड़ाई की। कुछ देर बाद जज साहब ने अपना फैसला सुणाउंदिआं कहा, मैं इस मामले नूं गंभीरता नाल समझिआ। चरण सिंह जी, तुहाडे अधिकारां दी उलंघना हुई है, तुहानूं तुहाडे हक नहीं दिते गए। मैं ये हुक्म जारी करदा हाँ कि तुहाडे बेटे रोशन सिंह अते उसकी पत्नी कोमल नूं अधिकारां दी उलंघना करन लई सज़ा दिती जावे। सुनवाई तो बाद चरण सिंह दीआं अखां विच एक उम्मीद जागी अते उसने अपने वकील अते दोस्त स्वर्ण सिंह वल वेख्या, जो इस लड़ाई विच उसदे नाल खड़े सन। यह सिर्फ एक कानूनी जीत नहीं सी, बल्कि उस लई यह एक नवीं जिंदगी की शुरुआत सी। कुछ समय बाद पुलिस ने रोशन ते उसकी पत्नी कोमल नूं गिरफ्तार कर लिया। चरण सिंह के चेहरे की मुस्कुराहट वापस मुड़ आई सी। उन्हें सोचा कि हुण मैं अपने हक्कां नाल जीउ सकदा हाँ। हुण चरण सिंह अपने उस पुराने घर विच वापस आ गया सी, जिथे उन्हें खुशियां भरे यादगार पल बतीत कीते सन। हुण उस दीआं अखां विच खुशी दे हंझू सन। इस खुशी विच चरण सिंह ने अपने दोस्त स्वर्ण सिंह लई एक छोटा जिहा प्रोग्राम रखिया, जिस विच उसदे सारे मित्र अते गुआंढी शामिल होए। चरण सिंह ने कहा कि अज दा दिन मेरे लिए बहुत महत्वपूर्ण दिन है। मैं अपने परिवार अते दोस्तां दा धन्नवाद करना चाहुंदा हाँ। दोस्तों, इस कहानी तो सानू ये सिक्ख्या मिलती है कि सानू जिंदगी विच कदे भी हार नहीं मननी चाहिदी ते अगे वधदे रहना चाहिदा है ते सानू साडे बजुर्गां दा सत्कार करना चाहिदा है ते सारे परिवार नू मिल जुल के रहना चाहिदा है। सो दोस्तों, ये सी जी अज दी अपनी कहानी। जेकर कहानी वधिया लगे तो लाइक कमेंट शेयर जरूर करना ते जेकर साडे चैनल ते नवे हो तो चैनल नू सबसक्राइब जरूर कर लेना जी। मिलते हैं कल एक नवी कहानी दे नाल। तद तक अपनी एक नूर कौर नू दिओ इजाजत। सत श्री अकाल जी।